ਅੱਜ ਅਸੀਂ ਸਟੱਡੀ ਕਰਾਂਗੇ ਕਲਾਸ 10th ਸਾਇੰਸ ਦਾ ਚੈਪਟਰ 13 ਹੈ ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ। ਤੇ ਉਸ ਚੈਪਟਰ ਦਾ ਜੋ ਹੈ ਇੱਕ ਕਾफ़ੀ ਇੰਪੋਰਟੈਂਟ ਟੌਪਿਕ ਹੈ ਜੋ ਹੈ ਇਲੈਕਟ੍ਰਿਕ ਮੋਟਰ। ਤੇ ਇਲੈਕਟ੍ਰਿਕ ਮੋਟਰ ਜੋ ਹੈ ਕੀ ਹੁੰਦੀ ਹੈ? ਇਲੈਕਟ੍ਰਿਕ ਮੋਟਰ ਜੋ ਹੈ ਇੱਕ ਇੱਦਾਂ ਦਾ ਰੋਟੇਟਿੰਗ ਡਿਵਾਈਸ ਹੁੰਦਾ ਹੈ ਜੋ ਇਲੈਕਟ੍ਰੀਕਲ એનર્ਜੀ ਨੂੰ ਕਨਵਰਟ ਕਰਦਾ ਹੈ ਮਕੈਨੀਕਲ એનર્ਜੀ ਦੇ ਵਿੱਚ। ਹੁਣ ਇਲੈਕਟ੍ਰੀਕਲ એનર્ਜੀ ਤੋਂ ਭਾਵ ਯਾਨੀ ਕਿ ਮੀਨਿੰਗ ਇਹ ਹੈ ਕਿ ਜੋ ਅਸੀਂ ਕਰੰਟ ਸਪਲਾਈ ਕਰ ਰਹੇ ਹਾਂ ਯਾਨੀ ਕਿ ਦੇ ਰਹੇ ਹਾਂ। ਇਲੈਕਟ੍ਰਿਕ ਮੋਟਰ ਜੋ ਹੈ ਉਸ ਕਰੰਟ ਨੂੰ ਇਲੈਕਟ੍ਰਿਕ ਕਰੰਟ ਨੂੰ ਜੋ ਕਿ ਇਲੈਕਟ੍ਰੀਕਲ એનર્ਜੀ ਦੀ ਫਾਰਮ ਦੇ ਵਿੱਚ ਹੈ ਉਸ ਨੂੰ ਮਕੈਨੀਕਲ એનર્ਜੀ ਦੇ ਵਿੱਚ। ਹੁਣ ਮਕੈਨੀਕਲ એનર્ਜੀ ਤੋਂ ਮਤਲਬ ਕੀ ਹੈ ਕਿ ਜਿਵੇਂ ਸੀਲਿੰਗ ਫੈਨਸ ਦੇ ਵਿੱਚ ਯਾਨੀ ਕਿ ਛੱਤ ਦੇ ਵਿੱਚ ਜੋ ਫੈਨ ਲੱਗਿਆ ਹੁੰਦਾ ਹੈ ਉਸ ਨੂੰ ਅਸੀਂ ਸੀਲਿੰਗ ਫੈਨ ਕਹਿੰਦੇ ਹਾਂ, ਠੀਕ ਹੈ। ਅਤੇ ਉਸ ਦੇ ਵਿੱਚ ਮੋਟਰ ਹੁੰਦੀ ਹੈ। ਜਿਵੇਂ ਹੀ ਅਸੀਂ ਸਵਿਚ ਔਨ ਕਰਦੇ ਹਾਂ ਯਾਨੀ ਕਿ ਕਰੰਟ ਦੀ ਸਪਲਾਈ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਜੋ ਇਲੈਕਟ੍ਰਿਕ ਫੈਨ ਹੈ ਯਾਨੀ ਕਿ ਜੋ ਫੈਨ ਹੈ ਉਹ ਰੋਟੇਟ ਕਰਨਾ ਸਟਾਰਟ ਕਰ ਦਿੰਦਾ ਹੈ। ਇਟ ਮੀਨਸ ਕਿ ਉਸ ਇਲੈਕਟ੍ਰਿਕ ਫੈਨ ਦੇ ਅੰਦਰ ਜੋ ਮੋਟਰ ਲੱਗੀ ਹੋਈ ਹੈ ਉਸਨੇ ਜੋ ਹੈ ਇਲੈਕਟ੍ਰੀਕਲ એનર્ਜੀ ਜੋ ਅਸੀਂ ਕਰੰਟ ਦੀ ਫਾਰਮ ਦੇ ਵਿੱਚ ਦਿੱਤੀ ਹੈ, ਠੀਕ ਹੈ, ਸਵਿਚ ਨੂੰ ਔਨ ਕਰਕੇ ਉਸ ਨੂੰ ਜੋ ਹੈ ਰੋਟੇਸ਼ਨਲ એનર્ਜੀ ਜੋ ਕਿ ਮਕੈਨੀਕਲ એનર્ਜੀ ਦਾ ਹੀ ਟਾਈਪ ਹੈ, ਠੀਕ ਹੈ, ਤਾਂ ਰੋਟੇਸ਼ਨਲ એનર્ਜੀ ਦੇ ਵਿੱਚ ਚੇਂਜ ਕਰ ਦਿੱਤਾ ਹੈ ਯਾਨੀ ਕਿ ਮਕੈਨੀਕਲ એનર્ਜੀ ਦੇ ਵਿੱਚ ਚੇਂਜ ਕਰ ਦਿੱਤਾ ਹੈ। ਮਕੈਨੀਕਲ એનર્ਜੀ ਤੋਂ ਮਤਲਬ ਕੀ ਹੈ ਕਿ ਕੋਈ ਮਕੈਨੀਕਲ ਵਰਕ ਹੋ ਰਿਹਾ ਹੈ। ਇੱਥੇ ਜਦੋਂ ਉਹ ਫੈਨ ਰੋਟੇਟ ਕਰੇਗਾ ਤਾਂ ਸਾਨੂੰ ਜੋ ਹੈ ਹਵਾ ਮਿਲਦੀ ਹੈ। ਤਾਂ ਇੱਥੇ ਜੋ ਸਾਨੂੰ ਵਿੰਡ ਮਿਲ ਰਹੀ ਹੈ, ਜੋ ਹਵਾ ਮਿਲ ਰਹੀ ਹੈ ਉਸ ਦੇ ਫੈਨ ਦੇ ਰੋਟੇਟ ਕਰਨ ਦੇ ਨਾਲ ਉਹ ਜੋ ਹੈ ਮਕੈਨੀਕਲ ਵਰਕ ਹੋ ਰਿਹਾ ਹੈ, ਠੀਕ ਹੈ। ਤਾਂ ਜੋ ਮੋਟਰ ਲੱਗੀ ਹੋਈ ਹੈ ਸੀਲਿੰਗ ਫੈਨ ਦੇ ਵਿੱਚ ਇਲੈਕਟ੍ਰਿਕ ਫੈਨ ਦੇ ਵਿੱਚ ਉਸਨੇ ਕੀ ਕੀਤਾ ਹੈ ਕਿ ਇਲੈਕਟ੍ਰੀਕਲ એનર્ਜੀ ਜੋ ਕਿ ਕਰੰਟ ਦੀ ਫਾਰਮ ਦੇ ਵਿੱਚ ਅਸੀਂ ਸਪਲਾਈ ਕੀਤੀ ਹੈ ਉਸ ਨੂੰ ਚੇਂਜ ਕਰ ਦਿੱਤਾ ਹੈ ਰੋਟੇਸ਼ਨਲ એનર્ਜੀ ਜਾਂ ਫਿਰ ਮਕੈਨੀਕਲ એનર્ਜੀ ਦੇ ਵਿੱਚ। ਤਾਂ ਇਲੈਕਟ੍ਰਿਕ ਮੋਟਰ ਜੋ ਹੈ ਇੱਕ ਇੱਦਾਂ ਦਾ ਡਿਵਾਈਸ ਹੈ, ਇੱਦਾਂ ਦਾ ਰੋਟੇਟਿੰਗ ਡਿਵਾਈਸ ਹੈ ਜੋ ਕਿ ਕਨਵਰਟ ਕਰਦਾ ਹੈ ਇਲੈਕਟ੍ਰੀਕਲ એનર્ਜੀ ਨੂੰ ਮਕੈਨੀਕਲ એનર્ਜੀ ਦੇ ਵਿੱਚ। ਹਾਂਜੀ, ਅਤੇ ਹੁਣ ਇੱਥੇ ਅਸੀਂ ਗੱਲ ਕਰ ਲੈਂਦੇ ਹਾਂ ਕਿ ਇਹਦੇ ਯੂਜ਼ਸ ਹੋਰ ਕਿਸ ਕਿਸ ਜਗ੍ਹਾ ਦੇ ਉੱਪਰ ਹਨ। ਦੇਖੋ ਘਰਾਂ ਦੇ ਵਿੱਚ ਸਭ ਦੇ ਕੋਲ ਜੋ ਹੈ ਜੋ ਪਾਣੀ ਵਾਲੀ ਮੋਟਰ ਹੁੰਦੀ ਹੀ ਹੈ, ਠੀਕ ਹੈ, ਜੋ ਕਿ ਗਰਾਊਂਡ ਲੈਵਲ ਤੋਂ ਪਾਣੀ ਨੂੰ ਜੋ ਹੈ ਉੱਪਰ ਯਾਨੀ ਕਿ ਟੰਕੀ ਤੱਕ ਜੋ ਹੈ ਹਾਈ ਲੈਵਲ ਤੱਕ ਪਹੁੰਚਾ ਦਿੰਦੀ ਹੈ, ਠੀਕ ਹੈ। ਇੱਕ ਤਾਂ ਇਹ ਯੂਜ਼ ਹੈ ਡੇਲੀ ਲਾਈਫ ਦੇ ਵਿੱਚ। ਇਸ ਤੋਂ ਇਲਾਵਾ ਇਲੈਕਟ੍ਰਿਕ ਫੈਨ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਉਸ 'ਚ ਵੀ ਮੋਟਰ ਲੱਗੀ ਹੁੰਦੀ ਹੈ। ਇਸ ਤੋਂ ਇਲਾਵਾ ਰੈਫਰੀਜਰੇਟਰ ਦੇ ਵਿੱਚ, ਵਾਸ਼ਿੰਗ ਮਸ਼ੀਨ ਦੇ ਵਿੱਚ, MP3 ਪਲੇਅਰ ਦੇ ਵਿੱਚ, ਕੰਪਿਊਟਰ ਦੇ ਵਿੱਚ। ਦੇਖੋ ਕੰਪਿਊਟਰ ਦੇ ਅੰਦਰ CD ਡਰਾਈਵ ਹੁੰਦਾ ਹੈ, ਠੀਕ ਹੈ। MP3 ਪਲੇਅਰ ਦੇ ਅੰਦਰ ਵੀ ਜੋ ਹੈ CD ਡਰਾਈਵ ਹੁੰਦਾ ਹੈ ਜਿਸ 'ਚ ਉਹ ਜੋ ਹੈ ਰੋਟੇਸ਼ਨ ਹੋ ਰਹੀ ਹੁੰਦੀ ਹੈ, CD ਨੇ ਰੋਟੇਟ ਕਰਨਾ ਹੁੰਦਾ ਹੈ। ਤਾਂ ਉਹ ਰੋਟੇਸ਼ਨ ਕਿਸ ਦੇ ਥਰੂ ਹੋਏਗੀ, ਠੀਕ ਹੈ। ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਜੋ ਇਲੈਕਟ੍ਰੀਕਲ એનર્ਜੀ ਅਸੀਂ ਦਿੰਦੇ ਹਾਂ ਕਰੰਟ ਦੀ ਫਾਰਮ ਦੇ ਵਿੱਚ ਉਸ ਨੂੰ ਜੋ ਹੈ ਮੋਟਰ ਮਕੈਨੀਕਲ એનર્ਜੀ ਦੇ ਵਿੱਚ ਚੇਂਜ ਕਰ ਦਿੰਦੀ ਹੈ। ਮਕੈਨੀਕਲ એનર્ਜੀ ਤੋਂ ਮਤਲਬ ਇੱਥੇ ਜੋ ਹੈ ਰੋਟੇਸ਼ਨਲ એનર્ਜੀ ਤੋਂ ਹੈ, ਠੀਕ ਹੈ, ਯਾਨੀ ਕਿ ਰੋਟੇਟ ਕਰਵਾ ਦਿੰਦੀ ਹੈ ਕਿਸ ਦੇ ਅੰਦਰ? CD ਡਰਾਈਵ ਦੇ ਅੰਦਰ, ਠੀਕ ਹੈ। MP3 ਪਲੇਅਰ ਜਿਹੜਾ ਹੁੰਦਾ ਹੈ ਉਸ ਦੇ ਵਿੱਚ CD ਡਰਾਈਵ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਕਈ ਯੂਜ਼ਸ ਹਨ ਇਲੈਕਟ੍ਰਿਕ ਮੋਟਰ ਦੇ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਪੜ੍ਹ ਲੈਂਦੇ ਹਾਂ ਕਿ ਇਲੈਕਟ੍ਰਿਕ ਮੋਟਰ ਦੇ ਜੋ ਕੰਸਟਰਕਸ਼ਨ ਹੈ ਇਲੈਕਟ੍ਰਿਕ ਮੋਟਰ ਦੀ ਉਸ ਦੇ ਵਿੱਚ ਕੀ ਕੁਝ ਆਉਂਦਾ ਹੈ, ਠੀਕ ਹੈ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਜੋ ਹੈ ਨੌਰਥ ਪੋਲ ਔਰ ਸਾਊਥ ਪੋਲ ਇਹ ਜੋ ਹੈ ਮੈਗਨੇਟਸ ਦੇ ਦੋ ਪੋਲ ਹਨ, ਠੀਕ ਹੈ, ਨੌਰਥ ਪੋਲ ਔਰ ਸਾਊਥ ਪੋਲ, ਠੀਕ ਹੈ ਜੀ। ਇਹਨਾਂ ਦੋਵਾਂ ਦਾ ਯੂਜ਼ ਕੀ ਹੈ ਕਿ ਇਹ ਦੋਵੇਂ ਜੋ ਹੈ ਮੈਗਨੈਟਿਕ ਫੀਲਡ ਨੂੰ ਪ੍ਰੋਡਿਊਸ ਕਰਨਗੇ। ਹਾਂਜੀ, ਹੁਣ ਨੌਰਥ ਪੋਲ ਔਰ ਸਾਊਥ ਪੋਲ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੋਵਾਂ ਪੋਲਸ ਦੇ ਵਿੱਚ ਜੋ ਹੈ ਇੰਸੂਲੇਟਿਡ ਕੋਪਰ ਵਾਇਰ ਦੀ ਇੱਕ ਜੋ ਹੈ ਰੈਕਟੈਂਗੂਲਰ ਸ਼ੇਪ ਦੀ ਜੋ ਹੈ ਅਸੀਂ ਜੋ ਹੈ ਇੱਕ ਕੋਇਲ ਰੱਖੀ ਹੈ, ਠੀਕ ਹੈ। ਇੰਸੂਲੇਟਿਡ ਕੋਪਰ ਵਾਇਰ ਦੀ ਰੈਕਟੈਂਗੂਲਰ ਸ਼ੇਪ ਦੀ ਅਸੀਂ ਜੋ ਹੈ ਇੱਕ ਕੋਇਲ ਜੋ ਹੈ ਰੱਖੀ ਹੈ, ਠੀਕ ਹੈ ਜੀ। ਹਾਂਜੀ, ਹੁਣ ਇਸ ਰੈਕਟੈਂਗੂਲਰ ਕੋਇਲ ਦਾ ਜੋ ਕਿ ਇੰਸੂਲੇਟਿਡ ਕੋਪਰ ਵਾਇਰ ਦੇ ਨਾਲ ਬਣੀ ਹੋਈ ਹੈ ਇਸ ਦਾ ਇੱਕ ਸਿਰਾ ਜੋ ਹੈ ਇਹ ਤੁਸੀਂ ਵੇਖ ਸਕਦੇ ਹੋ, ਇਸ ਨੂੰ ਅਸੀਂ ਕਹਿੰਦੇ ਹਾਂ P ਸਪਲਿਟ ਰਿੰਗ, ਠੀਕ ਹੈ। ਇਹ ਜੋ ਹੈ ਸਪਲਿਟ ਰਿੰਗ ਹੈ। ਇਸ ਦਾ ਕੀ ਫੰਕਸ਼ਨ ਹੁੰਦਾ ਹੈ ਜਾਂ ਫਿਰ ਇਹ ਕਿਸ ਕੰਮ ਦੇ ਵਾਸਤੇ ਅੱਗੇ ਮੈਂ ਤੁਹਾਨੂੰ ਦੱਸਾਂਗਾ ਵੀ ਇਹਦਾ ਕੀ ਫੰਕਸ਼ਨ ਹੈ, ਠੀਕ ਹੈ। ਅਤੇ ਇਹਦਾ ਯਾਨੀ ਕਿ ਰੈਕਟੈਂਗੂਲਰ ਕੋਇਲ ਦਾ ਇੱਕ ਸਿਰਾ ਜੋ ਹੈ ਇੱਕ ਐਂਡ ਜੋ ਹੈ P ਸਪਲਿਟ ਰਿੰਗ ਦੇ ਨਾਲ ਜੁੜਿਆ ਹੋਇਆ ਹੈ ਅਤੇ ਰੈਕਟੈਂਗੂਲਰ ਕੋਇਲ ਦਾ ਜੋ ਦੂਜਾ ਸਿਰਾ ਹੈ ਉਹ ਜੋ ਹੈ Q ਸਪਲਿਟ ਰਿੰਗ ਦੇ ਨਾਲ ਜੁੜਿਆ ਹੋਇਆ ਹੈ।
ਅਸੀਂ ਜੋ ਹੈ ਇੱਥੇ ਦੋ ਸਪਲਿਟ ਰਿੰਗਸ ਲਿੱਤੀਆਂ ਨੇ, ਇੱਕ ਤਾਂ ਹੈ P, ਠੀਕ ਹੈ, P ਸਪਲਿਟ ਰਿੰਗ, ਇੱਕ ਜੋ ਹੈ Q ਸਪਲਿਟ ਰਿੰਗ ਹੈ। ਹਾਂਜੀ, ਤੇ ਹੁਣ ਇਹ ਜੋ P ਔਰ Q ਸਪਲਿਟ ਰਿੰਗ ਹਨ, ਇਹਨਾਂ ਦਾ ਜੋ ਬਾਹਰ ਵਾਲਾ ਹਿੱਸਾ ਹੈ ਯਾਨੀ ਕਿ ਇਹ ਵਾਲਾ, ਠੀਕ ਹੈ, ਬਾਹਰ ਵਾਲਾ ਹਿੱਸਾ ਹੈ, ਇਹ ਹੈ ਕੰਡਕਟਿੰਗ। ਇਹਨਾਂ ਦਾ ਜੋ ਬਾਹਰ ਵਾਲਾ ਹਿੱਸਾ ਹੈ ਇਹ ਵਾਲਾ, ਉਹ ਜੋ ਹੈ ਕੰਡਕਟਿੰਗ ਹੈ, ਯਾਨੀ ਕਿ ਇਸ ਦੇ ਵਿੱਚੋਂ ਕਰੰਟ ਫਲੋ ਕਰ ਸਕਦਾ ਹੈ। ਤੇ ਜੋ ਅੰਦਰ ਵਾਲਾ ਹਿੱਸਾ ਹੈ ਉਹ ਇੰਸੂਲੇਟਿਡ ਹੈ, ਠੀਕ ਹੈ ਜੀ। ਅੰਦਰ ਵਾਲਾ ਹਿੱਸਾ ਜੋ ਹੈ ਉਹ ਇੰਸੂਲੇਟਿਡ ਹੈ ਤੇ ਬਾਹਰ ਵਾਲਾ ਹਿੱਸਾ ਕੰਡਕਟਿੰਗ ਹੈ, ਯਾਨੀ ਕਿ ਬਾਹਰ ਵਾਲੇ ਹਿੱਸੇ ਵਿੱਚੋਂ ਕਰੰਟ ਫਲੋ ਕਰ ਸਕਦਾ ਹੈ ਤੇ ਅੰਦਰ ਵਾਲੇ ਹਿੱਸੇ ਦੇ ਵਿੱਚੋਂ ਕਰੰਟ ਫਲੋ ਨਹੀਂ ਕਰ ਸਕਦਾ। ਤੇ ਇਹਨਾਂ ਦੋ ਸਪਲਿਟ ਰਿੰਗਸ ਦੇ ਨਾਲ, ਠੀਕ ਹੈ, ਅਟੈਚ ਕੀਤੀ ਹੋਈ ਹੈ ਇੱਕ ਐਕਸਲ। ਇਸੀ ਐਕਸਲ ਨੂੰ ਅਸੀਂ ਜੋ ਹੈ ਰੋਟੇਟ ਕਰਵਾਉਣਾ ਹੈ। ਹੁਣ ਇਹ ਐਕਸਲ ਕਿਉਂਕਿ ਕਨੈਕਟਿਡ ਹੈ ਇਹਨਾਂ ਸਪਲਿਟ ਰਿੰਗਸ ਦੇ ਨਾਲ ਔਰ ਸਪਲਿਟ ਰਿੰਗਸ ਕਨੈਕਟਿਡ ਹਨ ਇਸ ਰੈਕਟੈਂਗੂਲਰ ਕੋਇਲ ਦੇ ਨਾਲ, ਇਟ ਮੀਨਸ ਕਿ ਜਦੋਂ ਇਹ ਰੈਕਟੈਂਗੂਲਰ ਕੋਇਲ ਰੋਟੇਟ ਕਰੇਗੀ, ਠੀਕ ਹੈ, ਤੇ ਇਸ ਦੇ ਰੋਟੇਟ ਕਰਨ ਦੇ ਨਾਲ ਇਹ ਸਪਲਿਟ ਰਿੰਗਸ ਰੋਟੇਟ ਕਰਨਗੀਆਂ ਤੇ ਸਪਲਿਟ ਰਿੰਗਸ ਦੇ ਰੋਟੇਟ ਕਰਨ ਦੇ ਨਾਲ, ਕਿਉਂਕਿ ਸਪਲਿਟ ਰਿੰਗਸ ਦਾ ਜੋ ਇਨਸਾਈਡ ਵਾਲਾ ਐਜ ਹੈ ਉਹ ਜੋ ਹੈ ਕਨੈਕਟਿਡ ਹੈ ਇਸ ਐਕਸਲ ਦੇ ਨਾਲ, ਤੇ ਸਪਲਿਟ ਰਿੰਗਸ ਦੇ ਰੋਟੇਟ ਕਰਨ ਦੇ ਨਾਲ ਇਹ ਜੋ ਐਕਸਲ ਹੈ ਇਹ ਵੀ ਜੋ ਹੈ ਰੋਟੇਟ ਕਰੂਗਾ, ਠੀਕ ਹੈ। ਹਾਂਜੀ, ਹੁਣ ਇਸ ਤੋਂ ਇਲਾਵਾ ਜੋ ਹੈ X ਔਰ Y ਇਹ ਦੋਵੇਂ ਜੋ ਹੈ ਕਾਰਬਨ ਦੇ ਬ੍ਰਸ਼ਿਜ਼ ਹਨ ਤੇ ਇਹ ਜੋ ਹੈ ਸਿੰਪਲੀ ਇੱਕ ਲਾਈਟਰ ਜਾਂ ਕੰਟੈਕਟ, ਲਾਈਟਰ ਯਾਨੀ ਕਿ ਮਤਲਬ ਕਾਫੀ ਹਲਕਾ ਜਿਹਾ ਕੰਟੈਕਟ ਬਣਾ ਕੇ ਰੱਖਦੇ ਹੈ। ਕਿਸ ਦਾ? ਨੀਚੇ ਤੁਸੀਂ ਦੇਖ ਸਕਦੇ ਹੋ ਬੈਟਰੀ ਹੈ ਤੇ ਇੱਥੇ ਜੋ ਹੈ ਕੀ ਹੈ, ਤੇ ਬੈਟਰੀ ਤੋਂ ਇਹ ਜੋ ਵਾਇਰਸ ਜਾ ਰਹੀਆਂ ਹੈ ਜਿਨ੍ਹਾਂ ਦੇ ਥਰੂ ਜੋ ਹੈ ਕਰੰਟ ਦੀ ਸਪਲਾਈ ਅਸੀਂ ਦੇਣੀ ਹੈ। ਇਸ ਕਰੰਟ ਦਾ, ਠੀਕ ਹੈ, ਜੋ ਲਿੰਕ ਹੈ ਸਪਲਿਟ ਰਿੰਗਸ ਦੇ ਨਾਲ, ਇਹ ਜੋ ਹੈ ਇਹਨਾਂ ਕਾਰਬਨ ਬ੍ਰਸ਼ਿਜ਼ ਦੇ ਥਰੂ ਹੀ ਬਣਾਇਆ ਜਾਂਦਾ ਹੈ। ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਜੋ ਹੈ ਇੰਟਰਨਲ ਸਰਕਟ ਹੋ ਗਿਆ, ਠੀਕ ਹੈ, ਇੰਟਰਨਲ ਕਹਿ ਲਓ ਕਿ, ਤੇ ਇਹ ਜੋ ਹੈ ਐਕਸਟਰਨਲ ਸਰਕਟ ਹੋ ਗਿਆ। ਇਟ ਮੀਨਸ ਕਿ ਜੋ ਇਹ ਸਪਲਿਟ ਰਿੰਗਸ ਹਨ ਉਹ ਜੋ ਹੈ ਐਕਸਟਰਨਲ ਸਰਕਟ ਨੂੰ ਯਾਨੀ ਕਿ ਬਾਹਰ ਵਾਲੇ ਸਰਕਟ ਨੂੰ ਇੰਟਰਨਲ ਸਰਕਟ ਦੇ ਨਾਲ ਜੋੜ ਰਹੀਆਂ ਨੇ। ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਜੋ ਬ੍ਰਸ਼ਿਜ਼ ਨੇ, ਠੀਕ ਹੈ, ਯਾਨੀ ਕਿ ਸਟੇਸ਼ਨਰੀ ਜੋ ਇਹ ਕਾਰਬਨ ਬ੍ਰਸ਼ਿਜ਼ ਨੇ, ਹੁਣ ਇਹ ਸਟੇਸ਼ਨਰੀ ਦਾ ਮਤਲਬ ਕੀ ਹੈ ਕਿ ਇਹ ਬ੍ਰਸ਼ਿਜ਼ ਜੋ ਹੈ ਰੋਟੇਟ ਨਹੀਂ ਕਰਦੇ ਹਨ। ਸਪਲਿਟ ਰਿੰਗ ਰੋਟੇਟ ਕਰਦੀ ਹਨ, ਉਸ ਦੇ ਨਾਲ ਐਕਸਲ ਰੋਟੇਟ ਕਰਦੀ ਹੈ ਤੇ ਸਪਲਿਟ ਰਿੰਗਸ ਕਨੈਕਟਿਡ ਹਨ ਇਸ ਰੈਕਟੈਂਗੂਲਰ ਕੋਇਲ ਦੇ ਨਾਲ। ਰੈਕਟੈਂਗੂਲਰ ਕੋਇਲ ਜੋ ਹੈ ਰੋਟੇਟ ਕਰੇਗੀ, ਠੀਕ ਹੈ, ਬਟ ਇਹ ਜੋ ਕਾਰਬਨ ਬ੍ਰਸ਼ਿਜ਼ ਹਨ ਇਹ ਜੋ ਹੈ ਸਟੇਸ਼ਨਰੀ ਨੇ। ਸਟੇਸ਼ਨਰੀ ਦਾ ਮਤਲਬ ਕੀ ਹੈ ਕਿ ਇਹ ਜੋ ਹੈ ਰੋਟੇਟ ਨਹੀਂ ਕਰਨਗੇ, ਇਹ ਜੋ ਹੈ ਆਪਣੀ ਪੋਜੀਸ਼ਨ ਦੇ ਉੱਪਰ ਫਿਕਸਡ ਹਨ। ਹਾਂਜੀ, ਇਸ ਤੋਂ ਇਲਾਵਾ ਹੁਣ ਇੱਥੇ ਸਮਝ ਲੈਂਦੇ ਹਾਂ, ਦੇਖੋ ਇਹ ਜੋ ਕਾਰਬਨ ਬ੍ਰਸ਼ਿਜ਼ ਨੇ, ਠੀਕ ਹੈ, ਇਹ ਜੋ ਹੈ ਕਰੰਟ ਦਾ ਜੋ ਲਿੰਕ ਹੈ ਉਹ ਜੋ ਹੈ ਸਪਲਿਟ ਰਿੰਗਸ ਦੇ ਨਾਲ ਬਣਾਉਂਦੇ ਹੈ, ਠੀਕ ਹੈ, ਯਾਨੀ ਕਿ ਇਹ ਸਿਰਫ ਟੱਚ ਕਰ ਰਹੇ ਹੁੰਦੇ ਹੈ ਸਪਲਿਟ ਰਿੰਗਸ ਨੂੰ। ਇਸ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈ। ਇਹਨਾਂ ਦਾ ਕੰਮ ਬਸ ਇਹੀ ਹੈ ਕਿ ਵਾਇਰਸ ਤੋਂ ਜੋ ਕਰੰਟ ਆ ਰਿਹਾ ਹੈ ਉਸ ਨੂੰ ਜੋ ਹੈ ਇਹਨਾਂ ਸਪਲਿਟ ਰਿੰਗਸ ਦੇ ਜੋ ਆਊਟਰ ਵਾਲਾ ਜੋ ਐਜ ਹੈ ਯਾਨੀ ਕਿ ਬਾਹਰ ਵਾਲਾ ਜੋ ਹਿੱਸਾ ਹੈ ਉਸ ਦੇ ਉੱਪਰ ਕਰੰਟ ਨੂੰ ਜੋ ਹੈ ਸਪਲਾਈ ਕਰਵਾ ਦੇਣਾ, ਠੀਕ ਹੈ। ਉਸ ਤੋਂ ਬਾਅਦ ਫਿਰ ਕਰੰਟ ਜੋ ਹੈ ਇਸ ਵਾਇਰ ਦੇ ਥਰੂ ਜੋ ਹੈ ਇਸ ਕੋਇਲ ਦੇ ਵਿੱਚ ਫਲੋ ਕਰਦਾ ਹੈ। ਹਾਂਜੀ, ਨੀਚੇ ਜੋ ਹੈ ਇੱਥੇ ਕੀ ਹੈ, ਠੀਕ ਹੈ, ਇਹ ਜੋ ਹੈ ਬੈਟਰੀ ਹੈ ਤੇ ਜਿਵੇਂ ਹੀ ਅਸੀਂ ਜੋ ਹੈ ਇਸ ਕੀ ਨੂੰ ਪ੍ਰੈਸ ਕਰਾਂਗੇ ਜੋ ਕਰੰਟ ਹੈ, ਠੀਕ ਹੈ, ਉਹ ਜੋ ਹੈ ਬੈਟਰੀ ਦੇ ਥਰੂ ਜੋ ਹੈ ਫਲੋ ਕਰੇਗਾ, ਠੀਕ ਹੈ, ਤੇ ਕਰੰਟ ਦੀ ਡਾਇਰੈਕਸ਼ਨ ਜੋ ਹੈ ਇਸ ਸਾਈਡ ਨੂੰ ਹੋਏਗੀ। ਇਸ ਤੋਂ ਬਾਅਦ ਇਹ ਕਰੰਟ ਜੋ ਹੈ ਐਕਸ ਬ੍ਰਸ਼ ਦੇ ਵਿੱਚ, ਠੀਕ ਹੈ, ਆਏਗਾ ਤੇ ਹੁਣ ਐਕਸ ਬ੍ਰਸ਼ ਤੋਂ ਜੋ ਹੈ ਇਹ ਕਰੰਟ ਜੋ ਹੈ ਇਸ ਪੀ ਸਪਲਿਟ ਰਿੰਗ ਦੇ ਥਰੂ ਜੋ ਹੈ ਇਸ ਕੋਇਲ ਤੋਂ ਐਂਟਰ ਕਰੇਗਾ, ਠੀਕ ਹੈ, ਇਸ ਕੋਇਲ ਤੋਂ ਯਾਨੀ ਕਿ ਇਸ ਕੋਇਲ ਦੇ ਵਿੱਚ ਐਂਟਰ ਕਰੇਗਾ। ਇੱਥੇ ਇੱਕ ਗੱਲ ਨੋਟਿਸ ਕਰਨ ਵਾਲੀ ਹੈ ਕਿ ਅਗਰ ਅਸੀਂ ਇਹਨਾਂ ਸਪਲਿਟ ਰਿੰਗਸ ਦਾ ਯੂਜ਼ ਨਾ ਕਰਦੇ, ਠੀਕ ਹੈ, ਯਾਨੀ ਕਿ ਇਸ ਸਪਲਿਟ ਰਿੰਗਸ ਦਾ ਅਗਰ ਅਸੀਂ ਯੂਜ਼ ਨਾ ਕਰਦੇ ਤੇ ਡਾਇਰੈਕਟਲੀ ਅਗਰ ਅਸੀਂ ਵਾਇਰਸ ਨੂੰ ਇਸ ਰੈਕਟੈਂਗੂਲਰ ਕੋਇਲ ਦੇ ਇਹਨਾਂ ਹਿੱਸਿਆਂ ਦੇ ਨਾਲ ਯਾਨੀ ਕਿ ਇਹਨਾਂ ਸਿਰਿਆਂ ਦੇ ਨਾਲ, ਠੀਕ ਹੈ, ਐਂਡਸ ਦੇ ਨਾਲ ਕਨੈਕਟ ਕਰ ਦਿੰਦੇ ਤਾਂ ਜੋ ਹੈ ਕੀ ਹੋਣਾ ਸੀ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਅਗਰ ਇਹ ਸਪਲਿਟ ਰਿੰਗਸ ਇੱਥੇ ਨਾ ਹੁੰਦੀਆਂ, ਠੀਕ ਹੈ, ਤਾਂ ਜਿਵੇਂ ਹੀ ਇਹ ਰੈਕਟੈਂਗੂਲਰ ਕੋਇਲ ਰੋਟੇਟ ਕਰਨਾ ਸਟਾਰਟ ਕਰਦੀ ਤਾਂ ਨੀਚੇ ਵਾਲੀ ਜੋ ਵਾਇਰਸ ਹੈ ਇਹਨਾਂ ਨੇ ਜੋ ਹੈ ਆਪਸ ਦੇ ਵਿੱਚ ਟਵਿਸਟ ਹੋ ਜਾਣਾ ਸੀ, ਯਾਨੀ ਕਿ ਉਲਝ ਜਾਣਾ ਸੀ, ਕਿਉਂਕਿ ਜਿਵੇਂ ਹੀ ਰੋਟੇਸ਼ਨ ਸਟਾਰਟ ਹੁੰਦੀ ਅਗਰ ਸਪਲਿਟ ਰਿੰਗਸ ਇੱਥੇ ਨਾ ਹੁੰਦੀਆਂ, ਠੀਕ ਹੈ, ਤਾਂ ਇਹ ਵਾਇਰਸ ਅਗਰ ਮੰਨ ਲਓ ਕਿ ਬਾਈ ਚਾਂਸ ਡਾਇਰੈਕਟਲੀ ਕਨੈਕਟ ਹੁੰਦੀਆਂ ਇਸ ਰੈਕਟੈਂਗੂਲਰ ਕੋਇਲ ਦੇ ਐਂਡਸ ਦੇ ਨਾਲ, ਠੀਕ ਹੈ, ਸਪਲਿਟ ਰਿੰਗਸ ਤੋਂ ਬਗੈਰ ਯਾਨੀ ਕਿ ਬਿਨਾਂ, ਠੀਕ ਹੈ, ਸਪਲਿਟ ਰਿੰਗਸ ਤੋਂ, ਤਾਂ ਇਹਨਾਂ ਵਾਇਰਸ ਨੇ ਜੋ ਹੈ ਟਵਿਸਟ ਹੋ ਜਾਣਾ ਸੀ ਰੋਟੇਸ਼ਨ ਦੇ ਨਾਲ ਰੈਕਟੈਂਗੂਲਰ ਕੋਇਲ ਦੀ।
ਇਸੀ ਟਵਿਸਟਿੰਗ ਨੂੰ, ਇਸੀ ਉਲਝਣ ਨੂੰ, ਯਾਨੀ ਕਿ ਵਾਇਰਸ ਉਲਝ ਨਾ ਜਾਣ, ਇਹਨਾਂ ਨੂੰ ਜੋ ਹੈ ਰੋਕਣ ਵਾਸਤੇ ਅਸੀਂ ਜੋ ਹੈ ਸਪਲਿਟ ਰਿੰਗਸ ਦਾ ਯੂਜ਼ ਕੀਤਾ ਹੈ। ਹਾਂਜੀ, ਜਿਵੇਂ ਹੀ ਅਸੀਂ ਕਰੰਟ ਨੂੰ ਯਾਨੀ ਕਿ ਕੀ ਨੂੰ ਪ੍ਰੈਸ ਕਰਾਂਗੇ, ਬੈਟਰੀ ਦੇ ਥਰੂ ਜੋ ਹੈ ਕਰੰਟ ਸਪਲਾਈ ਹੋਏਗਾ, ਤੇ ਐਕਸ ਬ੍ਰਸ਼ ਤੋਂ ਕਰੰਟ ਹੁੰਦੇ ਹੋਏ ਜੋ ਇਹ ਪੀ ਸਪਲਿਟ ਰਿੰਗ ਹੈ, ਇਸ ਦੇ ਬਾਹਰ ਵਾਲੇ ਹਿੱਸੇ ਦੇ ਉੱਪਰ ਯਾਨੀ ਕਿ ਉੱਪਰ ਵਾਲੇ ਹਿੱਸੇ ਤੇ ਠੀਕ ਹੈ ਕਰੰਟ ਦੀ ਸਪਲਾਈ ਹੋਏਗੀ, ਕਿਉਂਕਿ ਬਾਹਰ ਵਾਲਾ ਹਿੱਸਾ ਜੋ ਹੈ ਯਾਨੀ ਕਿ ਉੱਪਰ ਵਾਲਾ ਹਿੱਸਾ ਇਹਦਾ ਜੋ ਹੈ ਕੰਡਕਟਿੰਗ ਹੈ, ਤੇ ਇਸ ਪੀ ਸਪਲਿਟ ਰਿੰਗ ਤੋਂ ਜੋ ਹੈ ਕਰੰਟ ਫਲੋ ਕਰਦਾ ਹੋਇਆ ਜੋ ਹੈ A to B, ਠੀਕ ਹੈ, ਯਾਨੀ ਕਿ ਇਹ ਵਾਲੀ ਜੋ ਆਰਮ ਹੈ ਰੈਕਟੈਂਗੂਲਰ ਕੋਇਲ ਦੀ A to B ਜੋ ਹੈ ਕਰੰਟ ਫਲੋ ਕਰੇਗਾ, ਠੀਕ ਹੈ, ਯਾਨੀ ਕਿ A ਤੋਂ B ਦੇ ਵਿੱਚ, ਠੀਕ ਹੈ ਜੀ। ਹਾਂਜੀ, ਹੁਣ ਇਸ ਤੋਂ ਬਾਅਦ ਜੋ ਹੈ ਕਰੰਟ B to C ਫਲੋ ਕਰੇਗਾ, ਫਿਰ C to D ਫਲੋ ਕਰੇਗਾ, ਤੇ ਫਿਰ D ਤੋਂ ਬਾਅਦ ਜੋ ਹੈ ਕਰੰਟ Q ਵਾਲੀ ਜੋ ਇਹ ਸਪਲਿਟ ਰਿੰਗ ਹੈ ਇਸ ਦੇ ਵਿੱਚ ਐਂਟਰ ਕਰਕੇ, ਠੀਕ ਹੈ, ਤੇ ਇਸ ਤੋਂ ਜੋ ਹੈ Y ਬ੍ਰਸ਼ ਦੇ ਵਿੱਚ ਆ ਜਾਏਗਾ ਕਰੰਟ, ਤੇ ਫਿਰ Y ਬ੍ਰਸ਼ ਤੋਂ ਜੋ ਹੈ ਵਾਪਸ ਸਰਕਟ ਦੇ ਵਿੱਚ, ਠੀਕ ਹੈ, ਕਰੰਟ ਆ ਜਾਏਗਾ, ਠੀਕ ਹੈ। ਤਾਂ ਇਹ ਤਾਂ ਸੀ ਵੀ ਕਰੰਟ ਦੀ ਜੋ ਫਲੋ ਕਰਨ ਦੀ ਡਾਇਰੈਕਸ਼ਨ ਹੈ ਉਹ ਕਿਸ ਸਾਈਡ ਤੋਂ ਤੇ ਕਿਸ ਸਾਈਡ ਤੱਕ ਹੋਏਗੀ, ਠੀਕ ਹੈ ਜੀ। ਹਾਂਜੀ, ਹੁਣ ਅਸੀਂ ਇਹ ਜੋ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਇਹ ਜੋ ਹੈ ਮੈਂ ਫਲੈਮਿੰਗਸ ਲੈਫਟ ਹੈਂਡ ਰੂਲ ਇੱਥੇ ਜੋ ਹੈ ਡਰਾ ਕੀਤਾ ਹੈ। ਹੁਣ ਫਲੈਮਿੰਗਸ ਲੈਫਟ ਹੈਂਡ ਰੂਲ ਦੀ ਜੋ ਸਟੇਟਮੈਂਟ ਹੈ ਉਹ ਸਟੇਟਮੈਂਟ ਕੀ ਹੈ ਕਿ ਅਗਰ ਅਸੀਂ ਆਪਣੀ ਜੋ ਫੋਰ ਫਿੰਗਰ ਹੈ, ਠੀਕ ਹੈ, ਜੋ ਮਿਡਲ ਫਿੰਗਰ ਹੈ ਔਰ ਜੋ ਥੰਬ ਹੈ, ਇਹਨਾਂ ਨੂੰ ਮਿਊਚੁਅਲੀ ਪਰਪੈਂਡੀਕੁਲਰ ਸਟਰੈਚ ਕਰੀਏ, ਠੀਕ ਹੈ, ਇਫ ਵੀ ਸਟਰੈਚ ਆਵਰ ਫੋਰ ਫਿੰਗਰ, ਮਿਡਲ ਫਿੰਗਰ ਐਂਡ ਥੰਬ such that they are mutually perpendicular to each other, ਯਾਨੀ ਕਿ ਇਹਨਾਂ ਤਿੰਨਾਂ ਦੇ ਵਿੱਚ ਜੋ ਹੈ 90 ਡਿਗਰੀ ਦਾ ਐਂਗਲ ਬਣ ਰਿਹਾ ਹੋਏ, ਇੱਦਾਂ ਅਗਰ ਅਸੀਂ ਇਹਨਾਂ ਤਿੰਨਾਂ ਨੂੰ ਜੋ ਹੈ ਸਟਰੈਚ ਕਰੀਏ, ਠੀਕ ਹੈ, ਤਾਂ ਫਿਰ ਕੀ ਹੋਏਗਾ ਕਿ ਅਗਰ ਜੋ ਫੋਰ ਫਿੰਗਰ ਹੈ ਯਾਨੀ ਕਿ ਫਸਟ ਫਿੰਗਰ ਹੈ, ਅਗਰ ਇਹ ਵਾਲੀ ਫਿੰਗਰ ਫਸਟ ਫਿੰਗਰ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਨੂੰ ਅਗਰ ਇਹ ਫਿੰਗਰ ਰਿਪਰੈਜ਼ੈਂਟ ਕਰ ਰਹੀ ਹੈ, ਔਰ ਜੋ ਮਿਡਲ ਫਿੰਗਰ ਹੈ ਯਾਨੀ ਕਿ ਸੈਕਿੰਡ ਫਿੰਗਰ ਜੋ ਹੈ ਅਗਰ ਇਹ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਤਾਂ ਜੋ ਇਹ ਥੰਬ ਹੋਏਗਾ, ਠੀਕ ਹੈ, ਇਹ ਰਿਪਰੈਜ਼ੈਂਟ ਕਰੇਗਾ ਉਸ ਕੰਡਕਟਰ ਦੇ ਉੱਪਰ, ਠੀਕ ਹੈ, ਜਾਂ ਫਿਰ ਉਸ ਕੋਇਲ ਦੇ ਉੱਪਰ ਜੋ ਫੋਰਸ ਲੱਗ ਰਿਹਾ ਹੈ ਉਸ ਦੀ ਡਾਇਰੈਕਸ਼ਨ ਨੂੰ, ਕਿ ਜਿਵੇਂ ਜਿਸ ਕੰਡਕਟਰ ਤੋਂ ਇਲੈਕਟ੍ਰਿਕ ਕਰੰਟ ਫਲੋ ਕਰ ਰਿਹਾ ਹੈ ਔਰ ਉਸ ਕੰਡਕਟਰ ਦੇ ਉੱਪਰ ਜੋ ਮੈਗਨੈਟਿਕ ਫੀਲਡ ਦੀ ਜੋ ਡਾਇਰੈਕਸ਼ਨ ਹੈ ਉਸ ਨੂੰ ਇਸ ਫਿੰਗਰ ਨੇ ਰਿਪਰੈਜ਼ੈਂਟ ਕਰਤਾ, ਯਾਨੀ ਕਿ ਮੈਗਨੈਟਿਕ ਫੀਲਡ ਨੂੰ ਦੀ ਡਾਇਰੈਕਸ਼ਨ ਨੂੰ ਇਸ ਫਿੰਗਰ ਨੇ ਰਿਪਰੈਜ਼ੈਂਟ ਕਰ ਦਿੱਤਾ, ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਨੂੰ ਇਸ ਫਿੰਗਰ ਨੇ ਰਿਪਰੈਜ਼ੈਂਟ ਕਰ ਦਿੱਤਾ, ਤੇ ਫਿਰ ਜੋ ਥੰਬ ਹੈ ਨਾ ਉਹ ਜੋ ਹੈ ਉਸ ਕੰਡਕਟਰ ਦੇ ਉੱਪਰ ਕਿਸ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਿਹਾ ਹੋਏਗਾ ਇਸ ਨੂੰ ਜੋ ਹੈ ਰਿਪਰੈਜ਼ੈਂਟ ਕਰੇਗਾ। ਹਾਂਜੀ, ਹੁਣ ਅਸੀਂ ਵੇਖ ਸਕਦੇ ਹਾਂ ਕਿ ਜੋ ਕਰੰਟ ਹੈ A to B ਯਾਨੀ ਕਿ ਅਪਵਰਡ ਡਾਇਰੈਕਸ਼ਨ ਦੇ ਵਿੱਚ ਹੈ, ਤੇ ਇਸ ਤੋਂ ਇਲਾਵਾ ਇੱਕ ਚੀਜ਼ ਇੱਥੇ ਨੋਟਿਸ ਕਰਨ ਵਾਲੀ ਹੈ, ਹਾਂਜੀ, ਕਿ ਜੋ ਮੈਗਨੈਟਿਕ ਫੀਲਡ ਲਾਈਨਸ ਹੁੰਦੀਆਂ ਨੇ, ਠੀਕ ਹੈ, ਇਹ ਜੋ ਹੈ 1 2 3 4 ਮੈਂ ਇੱਥੇ ਜੋ ਹੈ 4 ਹੀ ਮੈਗਨੈਟਿਕ ਫੀਲਡ ਲਾਈਨਸ ਬਣਾਈਆਂ ਨੇ ਤਾਂ ਕਿ ਜ਼ਿਆਦਾ ਜੋ ਹੈ ਕਨਫਿਊਜ਼ਨ ਨਾ ਕ੍ਰੀਏਟ ਹੋਏ। ਤਾਂ ਮੈਗਨੈਟਿਕ ਫੀਲਡ ਲਾਈਨਸ ਦੀ ਜੋ ਡਾਇਰੈਕਸ਼ਨ ਹੁੰਦੀ ਹੈ ਉਹ ਜੋ ਹੈ ਨਾਰਥ ਪੋਲ ਟੂ ਸਾਊਥ ਪੋਲ ਵੱਲ ਨੂੰ ਹੁੰਦੀ ਹੈ, ਠੀਕ ਹੈ, ਤੇ ਹੁਣ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ, ਠੀਕ ਹੈ, ਨਾਰਥ ਟੂ ਸਾਊਥ ਪੋਲ ਹੈ। ਇਟ ਮੀਨਸ ਕਿ ਅਗਰ ਅਸੀਂ A to B ਵੇਖੀਏ, ਠੀਕ ਹੈ, ਤਾਂ ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਨੂੰ ਫੋਰ ਫਿੰਗਰ ਨਾਲ ਰਿਪਰੈਜ਼ੈਂਟ ਕਰਨਾ ਹੈ, ਕਰ ਦਿੱਤਾ। ਹੁਣ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਜੋ ਹੈ ਉਹ ਜੋ ਹੈ A to B ਹੈ, ਯਾਨੀ ਕਿ ਇਹ ਇਸ ਤਰ੍ਹਾਂ ਹੈ, ਠੀਕ ਹੈ, ਅਪਵਰਡ ਹੈ, ਠੀਕ ਹੈ ਜੀ। ਮੈਗਨੈਟਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ, ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ, ਠੀਕ ਹੈ ਜੀ। ਹਾਂਜੀ, ਤਾਂ ਹੁਣ ਦੇਖੋ ਜ਼ਰਾ ਜੋ ਮੇਰਾ ਥੰਬ ਹੈ ਉਹ ਜੋ ਹੈ ਕਿਸ ਸਾਈਡ ਤੇ ਪੁਆਇੰਟ ਕਰ ਰਿਹਾ ਹੈ। ਦੇਖੋ ਜੋ ਮੇਰਾ ਥੰਬ ਹੈ ਉਹ ਜੋ ਹੈ ਇਨਵਰਡ, ਯਾਨੀ ਕਿ ਜੋ ਇਹ AB ਆਰਮ ਹੈ ਰੈਕਟੈਂਗੂਲਰ ਕੋਇਲ ਦੀ, ਇਸ ਦੇ ਉੱਪਰ ਜੋ ਫੋਰਸ ਲੱਗ ਰਿਹਾ ਹੋਏਗਾ, ਠੀਕ ਹੈ, ਉਹ ਜੋ ਹੈ ਅੰਦਰ ਨੂੰ ਹੋਏਗਾ, ਯਾਨੀ ਕਿ ਇਨਵਰਡ ਨੂੰ ਹੋਏਗਾ, ਠੀਕ ਹੈ। ਤੇ B to C ਜਦੋਂ ਕਰੰਟ ਫਲੋ ਕਰੇਗਾ ਤਾਂ ਉਸ ਦੇ ਵਿੱਚ ਜੋ ਫੋਰਸ ਲੱਗ ਰਿਹਾ ਹੋਏਗਾ ਉਹ ਜੋ ਹੈ 0 ਹੋ ਜਾਏਗਾ। ਇਹਦਾ ਰੀਜ਼ਨ ਕੀ ਹੈ? ਕਿਉਂਕਿ B to C ਜੋ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਹੈ, देखो मैगनैटिक फील्ड लाइन्स की डायरेक्शन की है नॉर्थ टू साउथ है, जो B to C है ना उस दे विच इलैक्ट्रिक करंट की डायरेक्शन और जो मैगनैटिक फील्ड लाइन्स की डायरेक्शन है, यानी कि ये जो है अगर मैगनैटिक फील्ड नू रिप्रजेंट कर रहा है डायरेक्शन नू,
ਔਰ ਅਗਰ ਇਹ ਵਾਲੀ ਫਿੰਗਰ ਜੋ ਹੈ ਇਲੈਕਟ੍ਰਿਕ ਕਰੰਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਤਾਂ ਇਹ ਦੋਵੇਂ ਜੋ ਹੈ ਦੇਖੋ ਪੈਰਲਲ ਹੋ ਜਾਣਗੀਆਂ, ਯਾਨੀ ਕਿ ਜੋ ਮੈਗਨੈਟਿਕ ਫੀਲਡ ਲਾइंस ਦੀ डायरेक्शन है वो भी जो है नॉर्थ टू साउथ है और जो करंट ਦੀ डायरेक्शन है B टू C ਉਹ ਵੀ ਜੋ ਹੈ ਨੌਰਥ ਟੂ ਸਾਊਥ ਹੈ। ਤਾਂ ਇਸ ਦੇ ਵਿੱਚ ਇਹਨਾਂ ਦੋਵਾਂ ਦੀ ਜੋ डायरेक्शन ਹੈ ਉਹ ਜੋ ਹੈ ਪੈਰਲਲ ਹੋ ਜਾਏਗੀ, ਠੀਕ ਹੈ। ਤੇ ਇਸ ਕੇਸ ਦੇ ਵਿੱਚ ਜੋ ਫੋਰਸ ਹੈ ਯਾਨੀ ਕਿ B ਟੂ C ਉਹ ਜੋ ਹੈ ਨਹੀਂ ਲੱਗੇਗਾ। ਤੇ ਹੁਣ ਅਸੀਂ ਕਾਊਂਟ ਕਰਾਂਗੇ C ਟੂ D ਜੋ ਫੋਰਸ ਹੈ ਉਹ ਜੋ ਹੈ ਕਿਸ डायरेक्शन ਦੇ ਵਿੱਚ ਲੱਗੇਗਾ, ਯਾਨੀ ਕਿ ਆਊਟਵਰਡ ਹੋਏਗਾ ਜਾਂ ਫਿਰ ਇਨਵਰਡ ਹੋਏਗਾ, ठीक है। आई होप कि ये B टू C वाला जो फोर्स है वो तुहानू समझ आ गया होना है कि इस दे उपर क्यों नहीं लग रहा है, क्योंकि इस केस दे विच जो इलैक्ट्रिक करंट है और मैगनैटिक फील्ड है वो दोवें जो है आपस विच पैरलल हो जाएंगे। तो पैरलल वाले केस दे विच जो है फोर्स जो है नहीं लगता है, ठीक है। हाँ जी, हुण C टू D अगर असी वेखीए तो फ्लैमिंग्स लैफ्ट हैंड रूल के अकॉर्डिंग देखो C टू D, हाँ जी, हुण मैगनैटिक फील्ड लाइन्स की डायरेक्शन तो इस साइड नू है, नॉर्थ टू साउथ है। तो हुण C टू D जो इलैक्ट्रिक करंट है वो डाउनवर्ड है, यानी कि नीचे है, यानी कि इस साइड नू है, ठीक है। तो हुण अगर असी लैफ्ट हैंड जो अपना लैफ्ट हैंड है उसनू अगर स्ट्रैच करिए तो जो थंब है वो जो है आउटवर्ड है, यानी कि बाहर नू है। जो थंब है वो जो है बाहर नू है, आउटवर्ड है। ये चीज़ तुहानू समझ आ रही होनी है, आई होप, ठीक है। कि हुण जो थंब की डायरेक्शन है वो आउटवर्ड है, यानी कि बाहर नू है। इट मीनस कि ये जो रैक्टेंगुलर कोइल है इसकी AB आर्म के उपर जो फोर्स लग रहा है वो इनवर्ड है, यानी कि अंदर नू है। और इसकी CD आर्म के उपर जो फोर्स लग रहा है वो जो है आउटवर्ड है, यानी कि बाहर नू है, ठीक है। तो इट मीनस ये जो है कुछ इस तरह जो है रोटेट करेगी। हुण इस दे रोटेट करन दे नाल देखो ये जो CD वाला हिस्सा है इहदा एंड कनैक्टेड है क्यू स्प्लिट रिंग दे नाल, और जो ये AB वाला जो हिस्सा है या फिर कह सकते हैं रैक्टेंगुलर कोइल की जो आर्म है ये जो है कनैक्टेड है इस वाली P स्प्लिट रिंग दे नाल। ते हुण CD और AB दे रोटेट करन दे नाल इन्हां दोवां दे जो ये एंड्स रैक्टेंगुलर कोइल दे जो P और Q स्प्लिट रिंग दे नाल जुड़े हुए हैं, यानी कि कनैक्टेड है, अटैच्ड हैं, तो ये स्प्लिट रिंग्स भी जो है रोटेट करना स्टार्ट कर देंगियां। आई होप कि ये समझ आ गया होना है कि जो Q वाली स्प्लिट रिंग है वो जो है इस साइड नू ऊपर नू आएगी, और जो P वाली स्प्लिट रिंग है देखो ज़रा, जो Q वाली स्प्लिट रिंग है वो जो है रोटेट करके ऊपर नू आएगी, ठीक है। और जो P वाली स्प्लिट रिंग है वो जो है डाउनवर्ड नू इस तरह नीचे नू जाएगी, ठीक है। जो Q वाली स्प्लिट रिंग है इस साइड नू और जो P वाली स्प्लिट रिंग है वो जो है इस साइड नू नीचे। आई थिंक ये तुहानू जो है क्लीयर हो गया होना है। हाँ जी, इस तो बाद की होएगा ज़रा ध्यान नाल समझना। जिवें एज्यूम कर लो कि स्टार्टिंग दे विच ये जो है रैक्टेंगुलर कोइल है, ठीक है, तो इसकी रोटेशन हुई है, ठीक है। तो रोटेशन तो बाद जो AB वाला हिस्सा है वो जो है इस साइड पे आ गया है, तो जो CD वाला हिस्सा है वो इस साइड पे आ गया है। हुण इन्हां दोवां दे रोटेट करन दे नाल की होया है कि जो Q स्प्लिट रिंग है वो P की जगह पे आ गई है, तो जो P स्प्लिट रिंग है वो जो है Q की जगह पे आ गई है, ठीक है। इस साइड पे मैं जो है सेकंड वाला जो डायग्राम है यानी कि CD जो है AB की जगह पे आ गया है, और जो AB है वो जो है CD की जगह पे आ गया है, वो जो है ड्रा कर रखा है। देखो ज़रा हाले ना एक मिनट, ये देखो हाले जो है सिर्फ हाफ रोटेशन हुई है। असी कंप्लीट रोटेशन तां कवांगे जदों AB जो है अपनी पोजीशन के उपर यानी कि वापस इस जगह के उपर आ जाए, और CD जो है अपनी पोजीशन के उपर वापस, ठीक है, आ जाए। बट हाले की होया है कि जिवें स्टार्टिंग दे विच असीं स्टार्ट कीता सी कि AB जो है इधर गया है और CD जो है इस साइड आ गया है, ठीक है। तो ये जो है हाफ रोटेशन हुई है। हुण उस तो बाद अगली हाफ रोटेशन किस तरह होएगी ये असीं समझ लैंदे हां। तो AB और CD दे रोटेट करन दे नाल, ठीक है, जो P और Q स्प्लिट रिंग सन इन्हां ने भी अपनी पोजीशन जो है चेंज कर ली है। हाँ जी, हुण असीं समझदे हां जी इधर ज़रा ध्यान नाल देखना इसनू। जो मैगनैटिक फील्ड लाइन सन उन्हां दी डायरेक्शन तो इस साइड नू है, ठीक है, यानी कि नॉर्थ टू साउथ है। तो अगर असी हुण वेखीए तो देखो जो ये CD है इस दे विच जो पहला करंट दी डायरेक्शन सी वो जो है डाउनवर्ड सी, ठीक है। जो ये C टू D है इस दे विच करंट दी डायरेक्शन जो है वो डाउनवर्ड सी, ठीक है, यानी कि नीचे नू सी। हुण इधर देखो ज़रा, जो करंट दी डायरेक्शन है वो जो है अपवर्ड है। हुणे अपवर्ड किस तरह हुई है
ਇਹਦਾ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਇਹਦਾ ਰੀਜ਼ਨ ਕੀ ਹੈ। ਦੇਖੋ CD ਜਦੋਂ ਜੋ ਹੈ ਇਸ ਸਾਈਡ ਤੇ ਆਇਆ ਤਾਂ ਕਰੰਟ ਦੀ ਡਾਇਰੈਕਸ਼ਨ ਜੋ ਹੈ ਉਹ ਨੀਚੇ ਨੂੰ ਸੀ, ਠੀਕ ਹੈ। ਬਟ ਹੁਣ ਨੀਚੇ ਜੋ करंट ਦੀ ਸਪਲਾਈ ਆ ਰਹੀ ਹੈ, ਠੀਕ ਹੈ, ਜੋ करंट ਦੀ ਸਪਲਾਈ ਨੀਚੇ ਆ ਰਹੀ ਹੈ बैटरी ਤੋਂ, ਦੇਖੋ ਜ਼ਰਾ ਉਸ ਦੀ ਡਾਇਰੈਕਸ਼ਨ ਕੀ ਹੈ, ਉਹ ਜੋ ਹੈ ਇਸ ਸਾਈਡ ਤੋਂ ਗਈ एक्स ਬ੍ਰਸ਼ ਤੋਂ ਫਲੋ ਕਰਦੇ ਹੋਏ ਜੋ Q ਵਾਲੀ ਸਪਲਿਟ ਰਿੰਗ ਹੈ, ਠੀਕ ਹੈ, ਇਸ ਤੋਂ ਜੋ ਹੈ ਹੁਣ करंट ਦੀ ਸਪਲਾਈ ਉਹ ਜੋ ਹੈ ਅਪਵਰਡ ਡਾਇਰੈਕਸ਼ਨ ਨੂੰ ਹੈ। ਹੁਣ ਕਿਉਂਕਿ P ਔਰ Q ਇਹਨਾਂ ਨੇ ਜੋ ਹੈ ਆਪਣੀ ਪੋਜੀਸ਼ਨ ਨੂੰ ਰਿਪਲੇਸ ਕਰ ਲਿਆ ਹੈ, ਠੀਕ ਹੈ, ਤਾਂ Q ਸਪਲਿਟ ਰਿੰਗ ਦੇ ਰੋਟੇਟ ਕਰਨ ਦੇ ਨਾਲ ਯਾਨੀ ਕਿ P ਵਾਲੀ ਸਪਲਿਟ ਰਿੰਗ ਹੈ ਉਸ ਦੀ ਪੋਜੀਸ਼ਨ ਤੇ ਆਉਣ ਦੇ ਨਾਲ ਕੀ ਹੋਏਗਾ ਕਿ ਪਹਿਲਾਂ ਤਾਂ CD ਦੇ ਵਿੱਚ ਜੋ ਕਰੰਟ ਦੀ ਡਾਇਰੈਕਸ਼ਨ ਸੀ ਉਹ ਜੋ ਹੈ C to D ਸੀ, ਯਾਨੀ ਕਿ ਡਾਊਨਵਰਡ ਸੀ। ਬਟ ਹੋਇਆ ਕਿ ਜੋ ਇਸ P ਵਾਲੀ ਜੋ ਇਹ Q ਵਾਲੀ ਸਪਲਿਟ ਰਿੰਗ ਹੈ ਜੋ ਕਿ P ਦੀ ਜਗ੍ਹਾ ਦੇ ਉੱਪਰ ਆਈ ਹੈ, ਇਸ Q ਵਾਲੀ ਸਪਲਿਟ ਰਿੰਗ ਨੇ ਜੋ ਹੈ ਕਰੰਟ ਦੀ ਡਾਇਰੈਕਸ਼ਨ ਨੂੰ ਜੋ ਡਾਊਨਵਰਡ ਸੀ C to D ਸੀ ਉਸ ਨੂੰ ਜੋ ਹੈ ਨੀਚੇ ਤੋਂ ਯਾਨੀ ਕਿ ਬੈਟਰੀ ਤੋਂ ਜੋ ਕਰੰਟ ਪ੍ਰੋਵਾਈਡ ਕੀਤਾ ਉਹ ਜੋ ਹੈ ਅਪਵਰਡ ਡਾਇਰੈਕਸ਼ਨ ਦੇ ਵਿੱਚ ਸੀ। ਤਾਂ ਇੱਥੇ ਜੋ ਹੈ ਇਸ ਸਪਲਿਟ ਰਿੰਗ Q ਤੋਂ ਜੋ ਕਰੰਟ ਆਇਆ ਹੈ ਉਹ ਜੋ ਹੈ ਅਪਵਰਡ ਡਾਇਰੈਕਸ਼ਨ ਦੇ ਵਿੱਚ ਆਇਆ ਹੈ, ਯਾਨੀ ਕਿ Q ਸਪਲਿਟ ਰਿੰਗ ਨੇ ਜੋ ਹੈ ਇੱਥੇ ਕਰੰਟ ਦੀ ਡਾਇਰੈਕਸ਼ਨ ਜੋ ਹੈ ਉਹ ਜੋ ਹੈ D to C ਕਰ ਦਿੱਤੀ ਹੈ। ਇਸ ਚੀਜ਼ ਨੂੰ ਸਮਝਣਾ, ਪਹਿਲਾ ਜੋ ਕਰੰਟ ਦੀ ਡਾਇਰੈਕਸ਼ਨ ਹੈ ਉਹ C to D ਹੈ। ਹੁਣ ਕਿਉਂਕਿ Q ਸਪਲਿਟ ਰਿੰਗ ਨੇ ਇਸ बैटरी तो करंट ਨੂੰ ਲੈ ਕੇ, ਠੀਕ ਹੈ, ਜਦੋਂ ਇਸ ਰੈਕਟੈਂਗੂਲਰ ਕੋਇਲ ਦੇ ਇਸ ਸਿਰੇ ਨੂੰ ਯਾਨੀ ਕਿ ਇਸ ਐਂਡ ਨੂੰ ਪ੍ਰੋਵਾਈਡ ਕੀਤਾ ਹੈ ਕਰੰਟ ਨੂੰ, ਤਾਂ ਜੋ ਇਲੈਕਟ੍ਰਿਕ ਕਰੰਟ ਹੁਣ ਮਿਲ ਰਿਹਾ ਹੈ ਇਸ Q ਸਪਲਿਟ ਰਿੰਗ ਤੋਂ ਰੈਕਟੈਂਗੂਲਰ ਕੋਇਲ ਦੇ ਇਸ ਸਿਰੇ ਨੂੰ ਜਾਂ ਫਿਰ ਇਸ ਐਂਡ ਨੂੰ, ਉਹ ਜੋ ਹੈ ਉਸ ਦੀ ਕਰੰਟ ਦੀ ਡਾਇਰੈਕਸ਼ਨ ਉਹ D to C ਹੈ। ਇਹ ਚੇਂਜ ਆਇਆ ਹੈ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਕਿ ਹੁਣ ਜੋ ਕਰੰਟ ਦੀ ਡਾਇਰੈਕਸ਼ਨ ਹੈ ਇਸ Q ਸਪਲਿਟ ਰਿੰਗ ਤੋਂ ਆ ਰਹੀ ਹੈ ਉਹ ਹੈ D to C। ਪਹਿਲਾ ਕਰੰਟ ਦੀ ਡਾਇਰੈਕਸ਼ਨ ਜੋ ਹੈ ਉਹ C to D ਸੀ। ਤੇ ਇੱਦਾਂ ਦਾ ਡਿਵਾਈਸ ਜੋ ਕਰੰਟ ਦੀ ਡਾਇਰੈਕਸ਼ਨ ਨੂੰ ਰਿਵਰਸ ਕਰ ਸਕਦਾ ਹੈ ਉਸ ਨੂੰ ਜੋ ਹੈ ਆਪਾਂ ਕੋਮੂਟੇਟਰ ਕਹਿੰਦੇ ਹਾਂ। ਇੱਥੇ ਜੋ ਹੈ ਇਸ Q ਸਪਲਿਟ ਰਿੰਗ ਨੇ ਬੈਟਰੀ ਤੋਂ ਕਰੰਟ ਨੂੰ ਲੈ ਕੇ, ਠੀਕ ਹੈ, ਜਦੋਂ ਇਸ DC ਆਰਮ ਨੂੰ ਦਿੱਤਾ ਤਾਂ ਜੋ ਕਰੰਟ ਹੈ ਉਹ ਜੋ ਹੈ ਅਪਵਰਡ ਸੀ। ਅਪਵਰਡ ਦਾ ਮਤਲਬ ਕੀ ਹੈ ਕਿ D to C ਸੀ ਉਹ ਕਰੰਟ, ਠੀਕ ਹੈ। ਤੇ ਹੁਣ ਇਸ ਸਪਲਿਟ ਰਿੰਗ ਨੇ ਜੋ ਹੈ ਕਰੰਟ ਦੀ ਡਾਇਰੈਕਸ਼ਨ ਨੂੰ ਜੋ ਕਿ ਪਹਿਲਾਂ ਡਾਊਨਵਰਡ ਸੀ ਉਸ ਨੂੰ ਜੋ ਹੈ ਅਪਵਰਡ ਦੇ ਵਿੱਚ ਚੇਂਜ ਕਰ ਦਿੱਤਾ ਹੈ। ਤੇ ਇੱਦਾਂ ਦਾ ਅਗਰ ਕੋਈ ਰੋਟੇਟਿੰਗ ਡਿਵਾਈਸ ਹੋਏ ਜੋ ਕਰੰਟ ਦੀ ਡਾਇਰੈਕਸ਼ਨ ਨੂੰ ਰਿਵਰਸ ਕਰ ਸਕਦਾ ਹੈ ਉਸ ਨੂੰ ਆਪਾਂ ਕੋਮੂਟੇਟਰ ਕਹਿੰਦੇ ਹਾਂ। ਇਸ ਕਰਕੇ ਇਹਨਾਂ ਸਪਲਿਟ ਰਿੰਗਸ ਨੂੰ ਜੋ ਹੈ ਕੋਮੂਟੇਟਰ ਵੀ ਕਿਹਾ ਜਾਂਦਾ ਹੈ। ਹਾਂਜੀ, ਦੇਖੋ ਇੱਥੇ ਹੁਣ ਇੱਕ ਕੁਐਸਚਨ ਇਹ ਵੀ ਉੱਠਦਾ ਹੈ ਕਿ ਇਸ ਨੂੰ ਕਰੰਟ ਦੀ ਡਾਇਰੈਕਸ਼ਨ ਯਾਨੀ ਕਿ ਚੇਂਜ ਕਰਨ ਦੀ ਜ਼ਰੂਰਤ ਹੀ ਕੀ ਸੀ, ਠੀਕ ਹੈ। ਤਾਂ ਦੇਖੋ ਅਗਰ ਕਰੰਟ ਦੀ ਡਾਇਰੈਕਸ਼ਨ ਅਸੀਂ ਅਗਰ ਸੇਮ ਰੱਖਦੇ ਯਾਨੀ ਕਿ ਡਾਊਨਵਰਡ ਹੀ ਰੱਖਦੇ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਕੀ ਹੋਣਾ ਸੀ ਕਿ ਮੈਗਨੈਟਿਕ ਫੀਲਡ ਨੂੰ ਇਹ ਜੋ 4 ਫਿੰਗਰ ਹੈ ਇਹ ਰਿਪਰੈਜ਼ੈਂਟ ਕਰ ਰਹੀ ਹੈ ਫਲੈਮਿੰਗਸ ਲੈਫਟ ਹੈਂਡ ਰੂਲ ਦੇ ਅਕੋਰਡਿੰਗ, ਠੀਕ ਹੈ। ਔਰ ਇਲੈਕਟ੍ਰਿਕ ਕਰੰਟ ਅਗਰ ਡਾਊਨਵਰਡ ਹੀ ਹੁੰਦਾ ਯਾਨੀ ਕਿ ਨੀਚੇ ਨੂੰ ਹੀ ਹੁੰਦਾ C to D ਹੀ ਹੁੰਦਾ, ਤੇ ਇਹ ਹੋ ਗਿਆ ਕਰੰਟ ਦੀ ਡਾਇਰੈਕਸ਼ਨ, ਠੀਕ ਹੈ। ਮਿਡਲ ਫਿੰਗਰ ਨੇ ਕਰੰਟ ਦੀ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰ ਦਿੱਤਾ ਤੇ ਜੋ ਮੈਗਨੈਟਿਕ ਫੀਲਡ ਹੈ ਉਹ ਨਾਰਥ ਟੂ ਸਾਊਥ ਹੁੰਦਾ, ਠੀਕ ਹੈ। ਤੇ ਜੋ ਥੰਬ ਹੈ ਅਗਰ ਉਸ ਨੂੰ ਆਪਾਂ ਸਟ੍ਰੈਚ ਕਰੀਏ ਤਾਂ ਉਸਨੇ ਜੋ ਹੈ ਆਊਟਵਰਡ ਆਉਣਾ ਸੀ, ਆਊਟਵਰਡ ਯਾਨੀ ਕਿ ਬਾਹਰ ਨੂੰ ਆਉਣਾ ਸੀ, ਠੀਕ ਹੈ। ਤੇ ਹੁਣ ਕੀ ਹੁੰਦਾ ਕਿ ਪਹਿਲਾਂ ਜੋ ਹੈ ਜ਼ਰਾ ਧਿਆਨ ਨਾਲ ਦੇਖਣਾ ਕਿ CD ਇਸ ਸਾਈਡ ਸੀ ਔਰ CD ਜੋ ਹੈ ਇਸ ਸਾਈਡ ਤੋਂ ਇੱਧਰ ਆਇਆ, ਠੀਕ ਹੈ। ਹੁਣ ਅਗਰ ਫੋਰਸ ਅਪਵਰਡ ਲੱਗ ਰਿਹਾ ਹੁੰਦਾ ਯਾਨੀ ਕਿ ਬਾਹਰ ਨੂੰ ਲੱਗ ਰਿਹਾ ਹੁੰਦਾ ਆਊਟਵਰਡ, ਤਾਂ ਕੀ ਹੋਣਾ ਸੀ ਕਿ ਜੋ CD ਹੈ ਉਸਨੇ ਉੱਠ ਕੇ ਜੋ ਹੈ ਵਾਪਿਸ ਇੱਧਰ ਚਲੇ ਜਾਣਾ ਸੀ AB ਵਾਲੀ ਸਾਈਡ ਤੇ। ਔਰ ਇੱਕ ਵਾਰੀ AB ਦਾ ਵੀ ਚੈੱਕ ਕਰ ਲੈਂਦੇ ਹਾਂ ਅਗਰ ਫੋਰਸ ਕਿ ਅਗਰ A to B ਅਗਰ ਕਰੰਟ ਅਪਵਰਡ ਹੀ ਹੁੰਦਾ ਯਾਨੀ ਕਿ ਉੱਪਰ ਨੂੰ ਹੀ ਲੱਗ ਰਿਹਾ ਹੁੰਦਾ ਤਾਂ ਇਸ ਕੇਸ ਦੇ ਵਿੱਚ ਕੀ ਹੋਣਾ ਹੈ ਕਿ ਮੈਗਨੈਟਿਕ ਫੀਲਡ ਤਾਂ ਹੋ ਗਿਆ 4 ਫਿੰਗਰ ਦੇ ਨਾਲ ਰਿਪਰੈਜ਼ੈਂਟ, ਜੋ ਇਲੈਕਟ੍ਰਿਕ ਕਰੰਟ ਹੈ ਉਹ ਜੋ ਹੈ ਅਪਵਰਡ ਡਾਇਰੈਕਸ਼ਨ ਦੇ ਵਿੱਚ ਹੈ ਯਾਨੀ ਕਿ A to B ਹੈ, ਤਾਂ ਜੋ ਫੋਰਸ ਲੱਗਣਾ ਸੀ ਉਹ ਇਨਵਰਡ ਲੱਗਣਾ ਸੀ ਯਾਨੀ ਕਿ ਅੰਦਰ ਨੂੰ ਲੱਗਣਾ ਸੀ, ਠੀਕ ਹੈ। ਹੁਣ ਜ਼ਰਾ ਧਿਆਨ ਨਾਲ ਸਮਝਣਾ ਕਿ ਇਸ ਰੋਟੇਸ਼ਨ ਦੇ ਵਿੱਚ ਕੀ ਹੋਇਆ ਸੀ ਔਰ ਉਸ ਰੋਟੇਸ਼ਨ ਦੇ ਵਿੱਚ ਕੀ ਹੋ ਰਿਹਾ ਹੈ। ਦੇਖੋ ਅਗਰ CD ਦੇ ਉੱਪਰ ਆਊਟਵਰਡ ਲੱਗਦਾ ਫੋਰਸ ਯਾਨੀ ਕਿ ਇਸ ਸਾਈਡ ਨੂੰ ਉੱਠਦਾ, ਠੀਕ ਹੈ, ਔਰ AB ਜੋ ਹੈ ਡਾਊਨਵਰਡ ਫੋਰਸ ਲੱਗਦਾ ਤਾਂ ਫਿਰ ਅੰਦਰ ਨੂੰ ਚਲਾ ਜਾਂਦਾ, ਠੀਕ ਹੈ। यानी कि CD ए है ना और AB इधर है, तो होना कि सी कि CD के उपर एक बार ऊपर लग गया फोर्स और फिर जो है AB के उपर नीचे ਨੂੰ लग गया फोर्स, वापस अपनी जगह पे आ गई।
ਅਗਰ ਤੁਹਾਨੂੰ ਨਹੀਂ ਸਮਝ ਆਇਆ ਹੈ ਮੈਂ ਦੱਸ ਦਿੰਦਾ ਹਾਂ। ਅਸੀਂ ਸਟਾਰਟਿੰਗ ਦੇ ਵਿੱਚ ਇੱਥੋਂ ਸਟਾਰਟ ਹੋਏ ਸੀ, ਠੀਕ ਹੈ। ਇਹ ਏ ਬੀ ਹੈ, ਇਹ ਸੀ ਡੀ ਹੈ, ਠੀਕ ਹੈ। ਏ ਬੀ ਦੇ ਉੱਪਰ ਜੋ ਹੈ ਡਾਊਨਵਰਡ ਫੋਰਸ ਲੱਗਿਆ, ਯਾਨੀ ਕਿ ਅੰਦਰ ਨੂੰ ਲੱਗਿਆ ਇਨਵਰਡ, ਇਹ ਜੋ ਹੈ ਅੰਦਰ ਨੂੰ ਚਲਾ ਗਿਆ। ਸੀ ਡੀ ਦੇ ਉੱਪਰ ਜੋ ਹੈ ਆਊਟਵਰਡ ਲੱਗਿਆ, ਇਹ ਬਾਹਰ ਨੂੰ ਆ ਗਿਆ, ਠੀਕ ਹੈ। ਤਾਂ ਇਹ ਰੋਟੇਸ਼ਨ ਹੋ ਗਈ, ਹਾਫ ਰੋਟੇਸ਼ਨ ਹੋ ਗਈ, ਠੀਕ ਹੈ। ਹੁਣ ਜੋ ਏ ਬੀ ਹੈ ਇਸ ਸਾइड ਤੇ ਹੈ ਔਰ ਸੀ ਡੀ ਹੈ ਇਸ साइड ਤੇ ਹੈ, ठीक है। ਹੁਣ ਅਗਲੀ ਵਾਰ ਕੀ ਹੋ ਰਿਹਾ ਹੈ ਕਿ ਸੀ ਡੀ ਦੇ ਉੱਪਰ ਦੇਖੋ जो है आउटवर्ड फोर्स लग रहा है, ए बी के ऊपर जो है इनवर्ड यानी कि अंदर ਨੂੰ फोर्स लग रहा है। तो की होना है कि ये इस तरह वापस ये तो जो है वन कंप्लीट रोटेशन नहीं हुई ना, क्योंकि इस दे विच तां एक बारी देखो ये इस तरह रोटेट होया, फिर वापस जो है ये फिर इस तरह रोटेट हो गया। पहले ये इस तरह रोटेट होता है, ठीक है। फिर देखो इत्थों दी फिर वापस इस तरह रोटेट हो गया। ये वन कंप्लीट रोटेशन तो नहीं है ना। हुण असी की चाहते हाँ कि पहला तो ये जो है ये इस तरह रोटेट होया, इस तो बाद ये वापस ना आए, ठीक है, इस साइड तो वापस ना आए, ये जो है अगली रोटेशन ये इस साइड नूं होए, ये है कंप्लीट रोटेशन। इहदे वास्ते करंट की डायरैक्शन नूं चेंज करना जरूरी सी। ते ਇਹ ਸਪਲਿਟ ਰਿੰਗਸ ਨੂੰ ਇੱਥੇ ਯੂਜ਼ ਕਰਨ ਦਾ ਇਹੀ ਪਰਪਸ ਹੁੰਦਾ ਹੈ ਕਿ ਸਾਨੂੰ ਜੋ ਹੈ ਕਰੰਟ ਦੀ ਡਾਇਰੈਕਸ਼ਨ ਨੂੰ ਚੇਂਜ ਕਰਨਾ ਹੁੰਦਾ ਹੈ। ਔਰ ਸਪਲਿਟ ਰਿੰਗਸ ਦਾ ਕੰਮ ਇਹੀ ਹੁੰਦਾ ਹੈ ਕਿ ਜੋ ਸਪਲਿਟ ਰਿੰਗਸ ਹਨ ਉਹ ਜੋ ਹੈ ਕਰੰਟ ਦੀ ਡਾਇਰੈਕਸ਼ਨ ਨੂੰ ਚੇਂਜ ਕਰ ਦਿੰਦੀਆਂ ਹਨ। ਕਿਉਂਕਿ ਜਿਵੇਂ ਕਿਊ ਵਾਲੀ ਸਪਲਿਟ ਰਿੰਗ ਇੱਧਰ ਆ ਗਈ ਔਰ ਪੀ ਵਾਲੀ ਸਪਲਿਟ ਰਿੰਗ ਇੱਧਰ ਆ ਗਈ, ਤਾਂ ਉਸ ਨਾਲ ਕੀ ਹੋਇਆ ਕਿ ਜੋ ਬੈਟਰੀ ਤੋਂ ਕਰੰਟ ਆ ਰਿਹਾ ਸੀ, ਠੀਕ ਹੈ, ਉਹ ਜੋ ਹੈ ਕਿਊ ਸਪਲਿਟ ਰਿੰਗ ਤੋਂ ਜੋ ਹੈ ਉਹ ਜੋ ਹੈ ਅਪਵਰਡ ਡਾਇਰੈਕਸ਼ਨ ਦੇ ਵਿੱਚ ਇੱਧਰ ਨੂੰ, ਠੀਕ ਹੈ, ਫਲੋ ਹੋਇਆ। ਤੇ ਜੋ करंट की डायरैक्शन जो पहला सी इस सी डी आर्म ਦੇ ਵਿੱਚ जो कि डाउनवर्ड सी, वो जो है ਹੁਣ यानी कि सी टू डी सी, ठीक है। वो जो है ਹੁਣ क्यू सप्लिट रिंग तो जो करंट आया, जो डायरैक्शन है वो करंट दी वो जो है डी टू सी हो गई, यानी कि अपवर्ड हो गई, ठीक है। तो ਹੁਣ ਅੱਗੇ ਨੂੰ ਕਿਵੇਂ करंट फ्लो करेगा, सी टू बी फ्लो करेगा, ठीक है। इस तो बाद बी टू ए फ्लो करेगा। करंट की डायरैक्शन चेंज हो गई है। पहला करंट की डायरैक्शन जो है वो ए टू बी सी, ठीक है। हुण जो करंट की डायरैक्शन है वो जो है बी टू ए हो गई है। और इत्थे जो करंट की डायरैक्शन सी पहला वो सी टू डी सी, हुण करंट की डायरैक्शन वो डी टू सी है। करंट की डायरैक्शन चेंज हो गई है और ये डायरैक्शन किसने चेंज की है, ये चेंज की है सप्लिट रिंग्स ने, ठीक है। सप्लिट रिंग्स क्यों किया जाता है, क्योंकि कंप्लीट रिंग नहीं होंगी है, यानी कि पूरी रिंग नहीं होंगी है, ये हाफ रिंग होंगी है, यानी कि अद्धी रिंग होंगी है, ठीक है। कंप्लीट रिंग नहीं होंगी है, हाफ रिंग होंगी है, ठीक है। हाफ इस साइड और हाफ इस साइड होंगी है। हुण जिस रिंग ने या फिर जिस डिवाइस ने एक करंट की डायरैक्शन नूं रिवर्स किया है, ठीक है, उसनूं जो है असी कहने हाँ, ठीक है, कॉमूटेटर। हाँ जी, इस तो बाद हुण मैं तुहानूं दस दिता है कि जो करंट की डायरैक्शन है वो डी टू सी है, अपवर्ड है। तो अगर फ्लैमिंग्स लेफ्ट हैंड रूल के अकॉर्डिंग देखिए तो करंट की डायरैक्शन है उसनों मिडल फिंगर रिप्रजेंट कर रही है, जो फोर फिंगर है वो नॉर्थ टू साउथ पोल यानी कि मैग्नेटिक फील्ड लाइन्स की डायरैक्शन रिप्रजेंट कर रही है। तो जो थंब है वो जो है इनवर्ड नू एक्ट करेगा, ठीक है, यानी कि अंदर नू एक्ट करेगा, ठीक है। इट मीनस कि ये जो डी टू सी वाली जो आर्म है, यानी कि डी तो लैके सी तक की जो आर्म है रैक्टेंगुलर कोयल दी, इस दे उपर जो फोर्स लग रहा होएगा वो जो है इनवर्ड डायरैक्शन होएगा, अंदर नू होएगा, ठीक है। और इसी तरह अगर असी देखिए बी टू ए, तो इस दे विच हुण नॉर्थ टू साउथ पोल नू मैग्नेटिक फील्ड रिप्रजेंट कर रहा है, यानी कि फोर फिंगर दे नाल असी रिप्रजेंट किया है। और जो इलैक्ट्रिक करंट है बी टू ए यानी कि डाउनवर्ड है, ठीक है, मिडल फिंगर जो है इलैक्ट्रिक करंट नू रिप्रजेंट कर रही है। और इस दे अकॉर्डिंग जो थंब है वो जो है आउटवर्ड है, ठीक है। तो इट मीनस कि जो बी टू ए आर्म है इस दे ऊपर जो फोर्स लग रहा होएगा वो जो है बाहर नू लग रहा होएगा, यानी कि सी डी ये जो डी टू सी है इत्थे जो फोर्स लग रहा है वो इनवर्ड है, जो बी टू ए है इत्थे जो फोर्स लग रहा है वो जो है आउटवर्ड है। तो रोटेशन जो है इस तरह होएगी, ठीक है। तो जो हाफ रोटेशन रह गई सी वो जो है कंप्लीट हो जाएगी, ठीक है। तो इस तो बाद वन कंप्लीट रोटेशन हो जाएगी। तो यही असी चाहते हाँ कि वन कंप्लीट रोटेशन हो जाए, क्योंकि इस रैक्टेंगुलर कोयल के रोटेट करने दे नाल जो है ये सप्लिट रिंग्स रोटेट करन गया, और ये सप्लिट रिंग्स के रोटेट करने दे नाल ये जो एक्सल अटैच्ड है, ठीक है, इस एक्सल के उपर असी कोई भी जो है
ਚੀਜ਼ ਜਿਸ ਨੂੰ ਅਸੀਂ ਰੋਟੇਟ ਕਰਵਾਉਣਾ ਚਾਹੁੰਦੇ ਹਾਂ ਉਸ ਨੂੰ ਜੋ ਹੈ ਅਟੈਚ ਕਰਕੇ ਰੋਟੇਟ ਕਰਵਾ ਸਕਦੇ ਹਾਂ। ਤਾਂ ਇਸ ਤਰ੍ਹਾਂ ਜੋ ਹੈ ਇਲੈਕਟ੍ਰਿਕ ਮੋਟਰ ਜੋ ਹੈ ਇਲੈਕਟ੍ਰੀਕਲ એનર્ਜੀ ਨੂੰ ਜੋ ਹੈ ਮਕੈਨੀਕਲ એનર્ਜੀ ਦੇ ਵਿੱਚ ਚੇਂਜ ਕਰਦੀ ਹੈ। ਠੀਕ ਹੈ, ਆਈ ਹੋਪ ਕਿ ਸਮਝ ਆ ਗਿਆ ਹੋਣਾ ਹੈ। ਇਲੈਕਟ੍ਰੀਕਲ એનર્ਜੀ ਦਾ ਮਤਲਬ ਹੈ ਕਿ ਜੋ ਕਰੰਟ ਅਸੀਂ ਸਪਲਾਈ ਕਰ ਰਹੇ ਹਾਂ, ਠੀਕ ਹੈ, ਬੈਟਰੀ ਦੇ ਥਰੂ, ਔਰ ਮਕੈਨੀਕਲ એનર્ਜੀ ਦਾ ਮਤਲਬ ਹੈ ਕਿ ਜਦੋਂ ਇਹ ਐਕਸਲ ਰੋਟੇਟ ਕਰਦਾ ਹੈ ਤਾਂ ਇਸ ਐਕਸਲ ਦੇ ਨਾਲ ਜਿਸ ਵੀ ਚੀਜ਼ ਨੂੰ ਅਟੈਚ ਕਰਕੇ ਅਸੀਂ ਰੋਟੇਟ ਕਰਵਾਉਣਾ ਚਾਹੁੰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਫੈਨ ਹੈ, ਚਾਹੇ ਅਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹਾਂ, ਚਾਹੇ ਅਸੀਂ ਰੈਫਰੀਜਰੇਟਰ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹਾਂ, MP3 ਪਲੇਅਰ ਦੇ ਵਿੱਚ, ਕੰਪਿਊਟਰ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਤਾਂ ਇਲੈਕਟ੍ਰਿਕ ਮੋਟਰ ਜੋ ਹੈ ਇੱਕ ਇੱਦਾਂ ਦਾ ਰੋਟੇਟਿੰਗ ਡਿਵਾਈਸ ਹੈ ਜਿਸ ਨੇ ਇਲੈਕਟ੍ਰੀਕਲ એનર્ਜੀ ਨੂੰ ਜੋ ਹੈ ਮਕੈਨੀਕਲ એનર્ਜੀ ਦੇ ਵਿੱਚ ਕਨਵਰਟ ਕਰ ਦਿੱਤਾ ਹੈ। ਠੀਕ ਹੈ ਜੀ, ਇਲੈਕਟ੍ਰੀਕਲ એનર્ਜੀ ਦਾ ਮਤਲਬ ਹੈ ਕਰੰਟ। ਠੀਕ ਹੈ, ਤੇ ਕਰੰਟ ਨੂੰ ਜੋ ਹੈ ਮਕੈਨੀਕਲ એનર્ਜੀ ਯਾਨੀ ਕਿ ਮਕੈਨੀਕਲ ਵਰਕ ਦਾ ਮਤਲਬ ਇੱਥੇ ਕੀ ਹੈ, ਰੋਟੇਸ਼ਨ। ਠੀਕ ਹੈ, ਰੋਟੇਸ਼ਨ ਹੀ ਜੋ ਹੈ ਮਕੈਨੀਕਲ ਵਰਕ ਹੈ ਔਰ ਉਹੀ ਜੋ ਹੈ ਮਕੈਨੀਕਲ એનર્ਜੀ ਹੈ। ਤਾਂ ਇਲੈਕਟ੍ਰਿਕ ਮੋਟਰ ਜੋ ਹੈ ਇੱਕ ਇੱਦਾਂ ਦਾ ਰੋਟੇਟਿੰਗ ਡਿਵਾਈਸ ਹੈ ਜੋ ਕਨਵਰਟ ਕਰ ਸਕਦਾ ਹੈ ਇਲੈਕਟ੍ਰੀਕਲ એનર્ਜੀ ਨੂੰ ਮਕੈਨੀਕਲ એનર્ਜੀ ਦੇ ਵਿੱਚ।